ਤਾਂ ਗੱਲ ਕਰਦੇ ਅਗਲੀ ਖਬਰ ਦੀ। ਕਿਸਾਨ ਅੰਦੋਲਨ ਵਿਚਾਲੇ ਪੰਜਾਬ ਦੇ ਵਿੱਚ ਹੋਈਆਂ ਸਥਾਨਕ ਚੋਣਾਂ ਵਿੱਚ ਬੀਜੇਪੀ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਪਰ ਕੇਂਦਰੀ ਖੇਤੀਬਾੜੀ ਮੰਤਰੀ ਦਾ ਕਹਿਣਾ ਹੈ ਕਿ ਬੀਜੇਪੀ ਦੀ ਹਾਰ ਨੂੰ ਕਿਸਾਨੀ ਸੰਘਰਸ਼ ਨਾਲ ਜੋੜਨਾ ਗਲਤ ਹੋਵੇਗਾ। ਹਾਰ ਦੀ ਵਜ੍ਹਾ ਅਕਾਲੀ ਦਲ ਨਾਲ ਟੁੱਟਿਆ ਗੱਠਜੋੜ ਹੈ, क्योंकि बीजेपी पहला ही पंजाब दे विच काफी कमजोर सी। पंजाब में जो परिणाम है उसको किसान आंदोलन से जोड़ना उचित नहीं होगा। पंजाब में हम कमजोरी थे, अकाली दल के साथ हमारा समझौता था, इस बार वो भी अलग लड़े, हम भी अलग लड़े, इसका नुकसान हमें हुआ। और जहाँ तक किसान आंदोलन का सवाल है, मैं लगातार किसान यूनियन के साथ चर्चा में रहा हूँ। भारत सरकार आज भी इस मत की है कि वो कृषि कानूनों पर क्लॉज बाई क्लॉज चर्चा करें। अगर कोई भी क्लॉज किसान के प्रतिकूल है तो सरकार चर्चा करने के लिए तैयार है। लेकिन मतलब आज की तारीख में भी आप लोग बातचीत के लिए तैयार है किसानों के साथ? हाँ, जब प्रधानमंत्री जी ने राज्यसभा और लोकसभा में कह दिया तो उसके बाद तो कुछ बचती ही नहीं। तो केंद्रीय खेतीबाड़ी मंत्री ने बयान दिता जिस दे विच साफ किया कि किसानी संघर्ष नाल नहीं बल्कि गठजोड़ श्रोमणी अकाली दल दे नाल जिहड़ा बीजेपी दा पंजाब दे विच गठजोड़ सी ओह टुੱਟਣ दा खामियाजा जिहड़ा ओह वोटां दे विच भुगतना पिया। साडे नाल इस वेले बीजेपी दे पंजाब दे सीनियर आगू सुरजीत जियानी जुड़ चुके हैं। जियानी साहब स्वागत है न्यूज़ 18 पंजाब दे उपर। तां जिस तरीके दे नाल केंद्रीय खेतीबाड़ी मंत्री दा बयान है तुसीं भी सुनिया होवेगा, उन्होंने साफ किया कि श्रोमणी अकाली दल दे नाल गठजोड़ टुੱਟਣ दा खामियाजा एक वड्डी कीमत कह सकते हैं कि चुकाउणी पई और वोटां दे विच जिहड़ा लोकां ने अपना बिल्कुल दरकिनार किया बीजेपी नूं, असर साफ दिख रहा है। गल ये है कि देखो पंजाब च असीं 23 सीटां ते लड़दे हां, बाकी सीटां ते अकाली लड़दी है, तां असीं कदे अकाली लड़े नहीं। तो साडा आधार जिहड़ा है पंजाब दे विच ओह आधार नहीं बन सकिया जिहड़ी दूसरी स्टेटां ते बनिया है। और जिथे बीजेपी का मुख्यमंत्री बनता है और पूरी दी पूरी सीटां जिथे लड़दा है उत्थे उस तरह का आधार हुंदा है। ਇਹਦੇ ਵਿੱਚ ਇੱਕ ਗੱਲ ਤਾਂ ਚਲੋ ਤੋਮਰ ਸਾਹਿਬ ਨੇ ਜਿਹੜੀ ਕਹੀ ਹੈ, ਦੇਖੋ ਭਾਈਚਾਰਾ ਜਿੱਥੇ ਟੁੱਟਦਾ ਹੈ, ਸਾਂਝ ਜਿੱਥੇ ਟੁੱਟਦੀ ਹੈ, ਉਸ ਚੀਜ਼ ਦਾ ਤਾਂ ਨੁਕਸਾਨ ਹੁੰਦਾ ਹੀ ਹੁੰਦਾ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਸਾਡਾ ਟੁੱਟਣ ਨਾਲ ਅਕਾਲੀ ਨੂੰ ਵੀ ਨੁਕਸਾਨ ਹੋਇਆ, ਸਾਨੂੰ ਵੀ ਨੁਕਸਾਨ ਹੋਇਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਕਿਉਂਕਿ ਉਸੇ ਵੋਟ ਦੇ ਵਿੱਚ ਅੱਛਾ ਅਕਾਲੀ ਤੇ ਅਸੀਂ ਇਕੱਠੇ ਹੁੰਦੇ ਸੀ, ਹੁਣ ਦੋ ਥਾਂ ਤੇ ਲੜੇ ਤਾਂ ਅਲੱਗ-ਅਲੱਗ ਵੰਡੇ ਗਏ। ਇੱਕ ਅਕਾਲੀ ਦੇ ਪ੍ਰਤੀਸ਼ੀ ਖੜਾ ਹੋ ਗਿਆ, ਉਹ ਸਾਡਾ ਇਕੱਠਾ ਵੋਟ ਸੀਗਾ, ਉਹ ਸਾਡਾ ਅਲੱਗ-ਅਲੱਗ ਥੈਲੇ 'ਚ ਜਾਂਦਾ ਰਿਹਾ ਤੇ ਉਹਦੇ ਕਰਕੇ ਵੀ ਫਰਕ ਪਿਆ। ਤੋਮਰ ਸਾਹਿਬ ਦਾ ਇਹ ਵੀ ਕਹਿਣਾ ਠੀਕ ਹੈ। और बाकी जेड़ा कुछ हालात जेड़े है ਉਹਦੇ 'ਚ ਬੜਾ ਨਿਰਭਰ ਕਰਦਾ ਹੈ। पर जियानी साहब ਸਥਾਨਕ ਜਿਹੜੀਆਂ ਹੁਣ ਇਹ ਵੋਟਾਂ ਹੋਈਆਂ ਨੇ ਉਸ ਤੋਂ ਪਹਿਲਾਂ ਬੀਜੇਪੀ ਨੇ ਸਾਫ਼ ਕੀਤਾ ਸੀ ਕਿ ਵੱਡੀ ਜਿੱਤ ਹਾਸਲ ਹੋਊਗੀ। ਬੀਜੇਪੀ ਨੇ ਜਿਸ ਦਿਨ ਗੱਠਜੋੜ ਟੁੱਟਿਆ ਸੀ ਉਸ ਦਿਨ ਵੀ ਕਿਹਾ ਸੀ ਕਿ ਬੀਜੇਪੀ ਪਾਰਟੀ ਇੱਕ ਰਾਸ਼ਟਰੀ ਪਾਰਟੀ ਹੈ, ਕਿਸੇ ਰੀਜਨਲ ਪਾਰਟੀ ਦੀ ਮੁਹਤਾਜ ਨਹੀਂ। ਉਸ ਦਿਨ ਤੁਹਾਡੇ ਲੀਡਰਾਂ ਦੇ ਬਿਆਨ 'ਚ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਕਿਸੇ ਦੀ ਲਾਠੀਆਂ ਜਾਂ ਵਿਸਾਖੀਆਂ ਦੀ ਜ਼ਰੂਰਤ ਨਹੀਂ, ਅਸੀਂ ਵੱਡੇ ਪੱਧਰ ਦੇ ਉੱਪਰ ਪੰਜਾਬ ਦੇ ਵਿੱਚ ਆਵਾਂਗੇ ਔਰ ਸਰਕਾਰ ਬਣਾਵਾਂਗੇ। ਪਰ ਇੱਥੇ ਸਥਾਨਕ ਚੋਣਾਂ ਦੇ ਵਿੱਚ ਇਹ ਹਾਲਾਤ 2022 ਦੇ ਵਿੱਚ ਕਿਸ ਤਰੀਕੇ ਦਾ ਨਜ਼ਾਰਾ ਹੋਏਗਾ? ਜਿਹੜੇ ਸਾਡੇ ਪ੍ਰਤੀਸ਼ੀ ਵੀ ਖੜੇ ਨਹੀਂ ਹੋਣ ਦਿੱਤੇ, ਸਾਡੇ ਪੋਸਟਰ ਵੀ ਪਾੜੇ ਗਏ, ਸਾਡੀਆਂ ਮੁਰਦਾਬਾਦ ਵੀ ਹੋਈ। ਜਿਹੜੇ ਪ੍ਰਤੀਸ਼ੀ ਸਾਡੇ ਲੜਨ ਜਾਂਦੇ ਸੀ ਉਹਨਾਂ ਨੂੰ ਗੁਰਕਾਏ ਧਮਕਾਏ ਜਾਂਦੇ ਸੀ। ਕਿਸਾਨ ਅੰਦੋਲਨ ਦੀ ਆੜ ਦੇ ਵਿੱਚ ਕਾਂਗਰਸ ਦੇ ਲੋਕਾਂ ਨੇ ਇਸ ਚੀਜ਼ ਦਾ ਫਾਇਦਾ ਉਠਾਇਆ। ਕਿਸਾਨ ਕਦੇ ਇਸ ਤਰ੍ਹਾਂ ਦੀ ਗੱਲ ਨਹੀਂ ਕਰਦੇ। ਦੂਸਰੀ ਪਾਰਟੀਆਂ ਨੇ ਇੱਕ ਕਿਸਾਨਾਂ ਦਾ ਬਹਾਨਾ ਲੈ ਕੇ ਸਾਡੇ ਨਾਲ ਜੋ ਹੋਈ ਹੈ ਉਹ ਸਾਨੂੰ ਪਤਾ ਹੈ ਕਿਸ ਤਰ੍ਹਾਂ ਹੋਈ ਹੈ। ਕਿਸਾਨੀ ਝੰਡਾ ਚੱਕ ਕੇ ਸਾਡੇ ਕੈਂਡੀਡੇਟਾਂ ਦੇ ਪ੍ਰਤੀਸ਼ੀਆਂ ਦੇ ਅੱਗੇ ਧਰਨੇ ਦਿੱਤੇ ਗਏ ਔਰ ਇੱਕ ਅਨਾਉਂਸਮੈਂਟ ਕੀਤੀ ਗਈ ਕਿ ਬੀਜੇਪੀ ਨੂੰ ਵੋਟਾਂ ਨਾ ਪਾਈ ਜਾਵੇ, ਅਪੀਲ ਕੀਤੀ ਜਾਂਦੀ ਹੈ। ਔਰ ਕਿਸਾਨੀ ਅੰਦੋਲਨ ਦੇ ਆੜ ਦੇ ਵਿੱਚ ਸਾਡਾ ਬਹੁਤ ਵੱਡਾ ਨੁਕਸਾਨ ਕੀਤਾ ਇਸ ਦੂਜੀਆਂ ਪਾਰਟੀਆਂ ਨੇ। ਹਾਂ ਜਿਆਣੀ ਸਾਹਿਬ ਤੁਸੀਂ ਕਿਸਾਨੀ ਦਾ ਜ਼ਿਕਰ ਬਾਰ-ਬਾਰ ਕਰ ਰਹੇ ਹੋ ਤਾਂ ਕੀ ਲੱਗ ਰਿਹਾ ਹੁਣ ਜਿਹੜਾ ਡੈਡਲੌਕ ਬਣਿਆ ਹੋਇਆ ਹੈ, ਗੱਲਬਾਤ ਤੁਰੇ ਕਿਤੇ ਨਾ ਕਿਤੇ ਇੱਕ ਗੱਲ ਤਾਂ ਤੁਹਾਨੂੰ ਮੰਨਣੀ ਪਊਗੀ, ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਪਰ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਜਾਂ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਦੇ ਕਿਸਾਨਾਂ ਦੇ ਵਿਚਕਾਰ ਰੇੜਕਾ ਬਣਿਆ ਹੋਇਆ ਉਸ ਦਾ ਖਾਮਿਆਜ਼ਾ ਕਿਤੇ ਨਾ ਕਿਤੇ ਦਾ ਅਸਰ ਹੋਇਆ, ਬੀਜੇਪੀ ਨੂੰ ਵੀ ਉਸ ਦਾ ਘਾਟਾ ਪਿਆ ਪੰਜਾਬ ਦੇ ਵਿੱਚ। ਦੇਖੋ ਉਸ ਦੀ ਆੜ ਦੇ ਵਿੱਚ ਹੋਰ ਬਹੁਤ ਨੁਕਸਾਨ ਹੋ ਰਹੇ ਨੇ। ਕਿਸਾਨੀ ਆੜ ਦੇ ਵਿੱਚ ਕੁਝ ਲੋਕ ਆਪਣਾ ਲਾਇਆ ਲੈ ਰਹੇ ਨੇ और किसान दे कंधे ते रख के निशाना कोई और ला रहे ने। और तुसीं कहंदे से बीजेपी लड़ी है तो बीजेपी दे कैंडिडेटां नूं वोट नहीं मंगण दित्ते जांदे सी।
ਅੱਗੇ ਜਿਹੜੇ ਕਾਂਗਰਸ ਦੇ ਪ੍ਰਤੀਸ਼ੀ ਖੜੇ ਹੋ ਕੇ ਕਿਸਾਨ ਦਾ ਝੰਡਾ ਲੈ ਕੇ ਤੇ ਉਹ ਗਲ ਪੈਂਦੇ ਸੀਗੇ ਔਰ ਮੁਰਦਾਬਾਦ ਕਰਦੇ ਸੀ। ਔਰ ਤੁਸੀਂ ਇਹ ਤਾਂ ਮੀਡੀਆ ਰਾਹੀਂ, ਕੋਈ ਮੇਰੇ ਕਹਿਣ ਦੀ ਗੱਲ ਨਹੀਂ, ਤੁਹਾਡੇ ਤੋਂ ਕੋਈ ਚੀਜ਼ ਛੁਪੀ ਹੋਈ ਹੈ? ਤੁਹਾਨੂੰ ਨਹੀਂ ਪਤਾ ਵੀ ਕੀ ਹਾਲ ਪੰਜਾਬ ਦੇ ਵਿੱਚ ਹੁੰਦਾ ਰਿਹਾ ਪਿੱਛੇ ਇਲੈਕਸ਼ਨਾਂ ਦੇ ਵਿੱਚ? ਜੈਨ ਸਾਹਿਬ ਵਾਪਸ ਤੁਹਾਡੇ ਕੋਲ ਆਉਣਾ, ਤੁਸੀਂ ਬਣੇ ਰਹੋ ਸਾਡੇ ਨਾਲ ਵਿਰਸਾ ਸਿੰਘ ਬਲਟੋਹਾ ਵੀ ਜੁੜ ਚੁੱਕੇ ਨੇ, ਸੀਨੀਅਰ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਤੋਂ। ਬਲਟੋਹਾ ਸਾਹਿਬ ਤੁਹਾਡਾ ਵੀ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਉੱਪਰ। ਤਾਂ ਜਿਸ ਤਰੀਕੇ ਦੇ ਨਾਲ ਖੇਤੀਬਾੜੀ ਮੰਤਰੀ ਦਾ ਬਿਆਨ ਆਇਆ ਨਰਿੰਦਰ ਤੋਮਰ ਦਾ ਕਿ ਖਾਮਿਆਜ਼ਾ ਭੁਗਤਣਾ ਪਿਆ ਹੈ ਸ਼੍ਰੋਮਣੀ ਅਕਾਲੀ ਦਲ ਨਾਲ ਗੱਠ ਟੁੱਟਣ ਤੋਂ ਬਾਅਦ, ਕਿਸ ਤਰੀਕੇ ਨਾਲ ਦੇਖਦੇ ਹੋ? ਨਹੀਂ, ਕੋਈ ਦਰਾਵਾ ਨਹੀਂ ਗਿਆ ਕਿ ਉਹਨਾਂ ਨੇ ਸੱਚ ਨੂੰ ਵੀ ਸਵੀਕਾਰ ਕੀਤਾ, ਪਰ ਦੂਸਰੇ ਬੰਨੇ ਇਹ ਵੀ ਸੱਚ ਹੈ ਕਿ ਸਮੁੱਚਾ ਪੰਜਾਬ, ਚਾਹੇ ਕਿਸਾਨ ਵਰਗ ਹੈ, ਚਾਹੇ ਜਾਂ ਦੂਸਰੇ ਵਰਗ ਨੇ ਜਿਨ੍ਹਾਂ ਦਾ ਕਿਸਾਨੀ ਨਾਲ ਸਿੱਧੇ ਰੂਪ ਚ ਕੋਈ ਸੰਬੰਧ ਨਹੀਂ, ਪਰ ਕਿਸਾਨੀ ਤੇ ਨਿਰਭਰ ਹੈ, ਚਾਹੇ ਵਪਾਰੀ ਵਰਗ ਵੀ ਹੈ, ਚਾਹੇ ਕੋਈ ਵੀ ਵਰਗ ਹੈ, ਅੱਜ ਸਮੁੱਚਾ ਪੰਜਾਬ ਬੀਜੇਪੀ ਨੂੰ ਨਫ਼ਰਤ ਕਰਦਾ ਹੈ ਔਰ ਇਹਦੀਆਂ ਨੀਤੀਆਂ ਕਰਕੇ ਕਰਦਾ ਹੈ, ਇਹਦੀ ਸੋਚ ਕਰਕੇ ਕਰਦਾ ਹੈ, ਇਹਦੇ ਪੰਜਾਬ ਦੇ ਨਾਲ ਦੁਸ਼ਮਣੀ ਵਾਲਾ ਰਵੱਈਆ ਅਪਣਾਉਣ ਕਰਕੇ ਕਰਦਾ ਹੈ। ਉਹਦਾ ਖਮਿਆਜਾ ਤੇ ਭੁਗਤਣਾ ਪੈਣਾ ਹੈ ਔਰ ਇਸ ਕਰਕੇ ਵੀ ਭੁਗਤਣਾ ਪੈਣਾ ਹੈ ਕਿ ਪੰਜਾਬ ਜਿਹੜਾ ਯੂਨਿਟ ਹੈ ਭਾਰਤੀ ਜਨਤਾ ਪਾਰਟੀ ਦਾ ਜੀ, ਜਿਨ੍ਹਾਂ ਦਾ ਫਰਜ਼ ਬਣਦਾ ਹੈ ਪੰਜਾਬ ਦੇ ਹਿੱਤਾਂ ਦੀ ਆਵਾਜ਼ ਉਠਾਉਣਾ, ਪੰਜਾਬ ਦੇ ਹਿੱਤਾਂ ਲਈ ਲੜਨਾ ਤੇ ਖੜਨਾ, ਇਹ ਬੋਲੀ ਬੋਲਦੇ ਨੇ ਮੋਦੀ ਸਾਹਿਬ ਦੀ, ਇਹ ਬੋਲੀ ਬੋਲਦੇ ਨੇ ਅਮਿਤ ਸ਼ਾਹ ਦੀ, ਇਹ ਬੋਲੀ ਬੋਲਦੇ ਨੇ ਕੇਂਦਰ ਸਰਕਾਰ ਦੀ। ਪਰ ਬਲਟੋਹਾ ਸਾਹਿਬ, ਜੇਕਰ ਦੂਸਰਾ ਆਪਾਂ ਪਹਿਲੂ ਦੇਖੀਏ ਤਾਂ ਇਹਨਾਂ ਚੋਣਾਂ ਦੇ ਵਿੱਚ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਵੀ ਵੱਡਾ ਘਾਟਾ ਪਿਆ। ਤਾਂ ਇਹ ਗੱਲ ਤੁਸੀਂ ਮੰਨ ਰਹੇ ਹੋ ਵੀ ਜਿਹੜਾ ਸ਼ਹਿਰਾਂ ਦੇ ਵਿੱਚ ਗੱਲ ਸੀ, ਕਿਉਂਕਿ ਅਕਾਲੀ ਦਲ ਔਰ ਬੀਜੇਪੀ ਦਾ ਜੁਆਇੰਟ ਸੀ, ਜਦੋਂ ਦੋਨਾਂ ਦਾ ਗੱਠਜੋੜ ਸੀ ਤਾਂ ਵੱਡਾ ਵੋਟ ਬੈਂਕ ਸੀ, ਤਾਂ ਕਿਤੇ ਨਾ ਕਿਤੇ ਤੁਹਾਡੀ ਪਾਰਟੀ ਨੂੰ ਵੀ ਨੁਕਸਾਨ ਤਾਂ ਹੋਇਆ ਗੱਠਜੋੜ ਟੁੱਟਣ ਦੇ ਨਾਲ? ਮੈਂ ਭੁੱਲਰ ਸਾਹਿਬ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮੇਰੇ ਹਲਕੇ 'ਚ ਵੀ ਇੱਕ ਨਗਰ ਪੰਚਾਇਤ ਦੀ ਚੋਣ ਸੀ, 13 ਸੀਟਾਂ ਸੀ ਜੀ, ਔਰ ਅਸੀਂ 13 ਦੀਆਂ 13 ਜਿੱਤਦੇ ਸੀ, 13 ਦੀਆਂ 13 ਹੀ। ਚਲੋ ਮੈਂ ਕਹਿੰਦਾ 13 ਛੱਡੋ, 12 ਜਿੱਤੇ ਹੋਵਾਂਗੇ, 11 ਜਿੱਤੇ ਹੋਵਾਂਗੇ, 10 ਜਿੱਤੇ ਹੋਵਾਂਗੇ, ਹਾਂਜੀ ਠੀਕ ਹੈ। ਅਸੀਂ ਉੱਥੇ ਸਾਡੇ ਉਮੀਦਵਾਰਾਂ ਦੇ ਉੱਤੇ 307 ਦੇ ਮੁਕੱਦਮੇ ਦਰਜ ਕੀਤੇ, ਪ੍ਰਚਾਰ ਕਰਨ ਨਹੀਂ ਦਿੱਤਾ ਗਿਆ, ਪੋਲਿੰਗ ਬੂਥਾਂ ਦੇ ਉੱਤੇ ਕਬਜ਼ੇ ਕੀਤੇ ਗਏ, ਜਾਲੀ ਵੋਟਾਂ ਭੁਗਤਾਈਆਂ ਗਈਆਂ, ਧੱਕੇਸ਼ਾਹੀਆਂ ਕੀਤੀਆਂ ਗਈਆਂ, ਉਹਦੇ ਬਾਵਜੂਦ ਵੀ ਸਾਡੇ 2 ਜਿੱਤੇ। ਉਹ ਜਿੱਥੇ ਅਸੀਂ 10 ਤੋਂ ਲੈ ਕੇ 13 ਸੀਟਾਂ ਜਿੱਤਣੀਆਂ ਸੀ, ਉੱਥੇ ਅਸੀਂ 2 ਜਿੱਤੇ ਹੈ, 2 ਜਿੱਤਣ ਦਿੱਤੀਆਂ ਨੇ, ਹਾਂਜੀ, ਉਹ ਹੀ ਵਧੀਆ ਜਿੱਤ ਗਈਆਂ, ਹਾਂਜੀ। ਤੇ ਇਸ ਕਰਕੇ ਜਿਹੜਾ ਇਹ ਹਾਲਾਤ ਜਿਹੜੇ ਪੰਜਾਬ 'ਚ ਪੈਦਾ ਕੀਤੇ ਨੇ, ਗੋਲੀਆਂ ਚੱਲਣੀਆਂ, ਬੂਥਾਂ ਤੇ ਕਬਜ਼ੇ ਹੋਣੇ, ਜਾਲੀ ਵੋਟ ਭੁਗਤਾਈ ਜਾਣੀ, ਤੇ ਜਿਸ ਤਰ੍ਹਾਂ ਦੀ ਗੁੰਡਾਗਰਦੀ ਪੰਜਾਬ ਦੇ ਵਿੱਚ ਇਹਨਾਂ ਚੋਣਾਂ ਦੇ ਵਿੱਚ ਹੋਈ ਹੈ, ਜੇ ਕਾਂਗਰਸ ਜਿੱਤ ਵੀ ਗਈ ਹੈ ਤੇ ਇਹਨੂੰ ਜਿੱਤ ਨਹੀਂ ਕਹਿ ਸਕਦੇ, ਨੈਤਿਕ ਤੌਰ ਤੇ ਹਾਰ ਹੈ। ਔਰ 2015 ਦਾ ਰਿਜ਼ਲਟ ਹੈ ਇਹਨਾਂ ਚੋਣਾਂ ਦਾ, ਉਦੋਂ ਕਾਂਗਰਸ 253 ਜਿੱਤੀ ਸੀ, ਅੱਜ ਅਸੀਂ 300 ਤੋਂ ਪਲੱਸ ਅਸੀਂ ਜਿੱਤੇ ਹੈ। ਔਰ ਦੂਸਰੀ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਭਾਰਤੀ ਜਨਤਾ ਪਾਰਟੀ ਉਸ ਸਮੇਂ ਸਾਡਾ ਹਿੱਸਾ ਸੀ, ਅੱਜ ਉਹ ਵੱਖਰੇ ਤੌਰ ਤੇ 57 ਉਹ ਵੀ ਲੈ ਗਏ। ਤੇ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਕਿ ਅਸੀਂ ਆਣ ਕੇ 2022 ਦੇ ਵਿੱਚ ਸਰਕਾਰ ਬਣਾਉਣੀ ਹੈ, ਤੇ ਜਿਹੜੇ ਕਹਿੰਦੇ ਸੀ ਮੈਂ ਉਹਨਾਂ ਦਾ ਦੇਖ ਰਿਹਾ ਸੀਗਾ ਕਿ ਸਰਵੇ ਜਾਰੀ ਕੀਤਾ ਆਮ ਆਦਮੀ ਪਾਰਟੀ ਨੇ, ਜਿਹਦੇ ਵਿੱਚ ਕਿਹਾ ਕਿ ਚਮਕਾਣੇ ਵਾਲੇ ਸਰਵੇ ਸਾਹਮਣੇ ਆਏ ਨੇ ਕਿ 68% ਜਿਹੜੀਆਂ ਇਹ ਮਿਊਨਿਸਪਲ ਚੋਣਾਂ ਨੇ ਇਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੋਟ ਪਊਗੀ। ਏਡਾ ਵੱਡਾ ਝੂਠ ਦਾ ਠੇਕਾ ਲਿਆ ਨਾ, ਖਤਮ ਹੋ ਗਈ ਕਹਾਣੀ, ਨੰਗੀ ਹੋ ਗਈ ਕਹਾਣੀ। ਠੀਕ ਹੈ ਬਲਟੋਹਾ ਸਾਹਿਬ, ਤੁਸੀਂ ਬਣ ਰਹੋ, ਤੁਹਾਡੇ ਕੋਲ ਆ ਰਹੇ ਸਾਡੇ ਨਾਲ ਜਾਨੀ ਸਾਹਿਬ ਜੁੜੇ ਨੇ। ਜਾਨੀ ਸਾਹਿਬ, ਜੇਕਰ ਗੱਲ ਕੀਤੀ ਜਾਵੇ ਕੀ ਕਹਿ ਸਕਦੇ ਆ ਕਿ ਜਿਹੜਾ, ਕਿਉਂਕਿ 2022 ਦੇ ਵਿੱਚ ਇਲੈਕਸ਼ਨ ਨੇ ਬਿਲਕੁਲ ਬਰੂਹਾਂ ਦੇ ਉੱਪਰ ਨੇ, ਤਾਂ ਤੁਸੀਂ ਵੀ ਪਹਿਲਾਂ ਗੱਲਬਾਤ ਕਰ ਰਹੇ, ਜ਼ਿਕਰ ਕੀਤਾ ਕਿ ਬੀਜੇਪੀ ਸ਼ਾਇਦ ਗੱਠਜੋੜ ਟੁੱਟਣ ਤੋਂ ਬਾਅਦ ਹਲੇ ਉਸ ਸਥਿਤੀ ਵਿੱਚ ਨਹੀਂ ਕਿ ਆਪਣੇ ਪੂਰੀ ਤਰੀਕੇ ਦੇ ਨਾਲ ਪੈਰਾਂ ਤੇ ਸਟੈਂਡ ਕਰ ਜਾਵੇ ਇਲੈਕਸ਼ਨ ਨੂੰ। ਦੇ ਤਾਂ ਕੀ ਲੱਗ ਰਿਹਾ ਕਿ 2022 ਦੇ ਵਿੱਚ ਬੀਜੇਪੀ ਨੂੰ ਕਿੰਨਾ ਕੁ ਸਹਿਯੋਗ ਮਿਲੇਗਾ, ਖਾਸ ਤੌਰ ਤੇ ਉਦੋਂ ਜੇਕਰ ਕਿਸਾਨਾਂ ਦਾ ਰੇੜਕਾ ਖਤਮ ਨਾ ਹੋਇਆ? ਦੇਖੋ ਗੱਲ ਇਹ ਹੈ, ਇਹ ਕੋਈ ਜਿਹੜੇ ਇਲੈਕਸ਼ਨ ਸੀ, ਕੋਈ ਇਲੈਕਸ਼ਨ ਨਹੀਂ ਸੀ, ਇਹ ਤੇ ਗੁੰਡਾਗਰਦੀ ਸੀਗੀ। ਇਹਨੂੰ ਕੌਣ ਕਹਿੰਦਾ ਇਲੈਕਸ਼ਨ? ਕੋਈ ਨਿਰਪੱਖ ਇਲੈਕਸ਼ਨ ਬਿਲਕੁਲ ਨਹੀਂ ਸੀਗਾ। ਹਰ ਇੱਕ ਚੀਜ਼ ਤੇ ਗੜਬੜ ਹੋਈ ਹੈ, ਵਾਰਡਾਂ 'ਚ ਗੜਬੜ ਹੋਈ ਹੈ, ਵੋਟਾਂ 'ਚ ਗੜਬੜ ਹੋਈ ਹੈ, ਹਰ ਇੱਕ ਚੀਜ਼ 'ਚ ਗੜਬੜ ਹੋਈ ਹੈ। 22 ਦਾ ਇਲੈਕਸ਼ਨ ਕੁਝ ਹੋਰ ਰੂਪ ਹੋਏਗਾ। ਇਹ ਇਲੈਕਸ਼ਨ, ਜਦੋਂ ਵੀ ਕੋਈ ਇਲੈਕਸ਼ਨ ਹੁੰਦਾ ਹੈ, ਨਗਰਪਾਲਿਕਾ ਦਾ ਅਲੱਗ ਸਰੂਪ ਹੁੰਦਾ ਹੈ, ਬਲਾਕ ਸਮਿਤੀ, ਜ਼ਿਲ੍ਹਾ ਪ੍ਰੀਸ਼ਦ ਦਾ ਅਲੱਗ ਹੁੰਦਾ ਹੈ, ਐਮਐਲਏ ਦਾ ਅਲੱਗ ਹੁੰਦਾ ਹੈ, ਪਾਰਲੀਮੈਂਟ ਦਾ ਅਲੱਗ-ਅਲੱਗ ਹੁੰਦਾ ਹੈ। ਇਹ ਨਹੀਂ ਤੁਸੀਂ ਇਸ ਨੂੰ ਆંકੜੇ ਨੂੰ 22 ਦੇ ਵਿੱਚ ਨਹੀਂ ਲਿਜਾ ਸਕਦੇ। 22 ਦੇ ਵਿੱਚ 5-4 ਮਹੀਨੇ 'ਚ ਮਾਹੌਲ ਜਿਹੜਾ ਔਰ ਸਾਈਡ ਤੇ ਹੋਊਗਾ ਔਰ ਠੀਕ ਹੋ ਜਾਊਗਾ। ਕੋਈ ਜਾਨੀ ਸਾਹਿਬ, ਤੁਸੀਂ ਕਿਹਾ ਵੀ ਮਾਹੌਲ ਠੀਕ ਹੋ ਜੂ, ਸਭ ਤੋਂ ਵੱਡਾ ਚੈਲੰਜ ਹੀ ਜੇਕਰ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਕਿਸਾਨੀ ਅੰਦੋਲਨ ਨੂੰ ਲੈ ਕੇ ਆ, ਔਰ ਜਿਵੇਂ ਹੁਣ ਡੈਡਲੌਕ ਬਣਿਆ ਹੋਇਆ, ਤੁਸੀਂ ਵੀ ਸਾਰੀਆਂ ਮੀਟਿੰਗਾਂ ਦੇ ਵਿੱਚ ਗਏ ਹੋ, ਕੀ ਲੱਗਦਾ ਕਿੰਨੀ ਜਲਦੀ ਇਹ ਡੈਡਲੌਕ ਖਤਮ? ਕਿਉਂਕਿ ਬੀਜੇਪੀ ਦੇ ਲਈ ਜਦ ਤੱਕ ਇਹ ਕਿਸਾਨੀ ਅੰਦੋਲਨ ਦੇ ਵਿੱਚ ਜਿਹੜਾ ਰੇੜਕਾ ਬਣਿਆ ਬਰਕਰਾਰ ਹੈ, ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਖਾਮਿਆਜ਼ਾ ਭੁਗਤਣਾ ਪਏਗਾ ਔਰ ਭੁਗਤ ਰਹੇ ਹੋ।
ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਪਸ਼ਟ ਕਹਿਤਾ ਕਿ ਡੇਢ ਸਾਲ ਹੋਲਡ ਕਰ ਲਓ, 2 ਸਾਲ ਤੱਕ ਹੋਲਡ ਕਰ ਲਓ, ਕਮੇਟੀ ਬਣਾ ਲਓ, ਉਹਦੇ ਬਾਅਦ ਹੋਰ ਟਾਈਮ ਵਧਾ ਲਓ। ਔਰ ਪ੍ਰਧਾਨ ਮੰਤਰੀ ਕੀ ਕਵੇ ਮੈਨੂੰ ਦੱਸੋ? ਔਰ ਜੋ ਤੁਸੀਂ ਅੱਛੀ ਪ੍ਰਪੋਜ਼ਲ ਪਾ ਲਓ, ਹਦਲੀ ਕਿਹੜੀ ਹੈ? ਪ੍ਰਧਾਨ ਮੰਤਰੀ ਦੇਖੋ ਜੋ ਦਿੱਲੀ ਦੇ ਵਿੱਚ ਹੋਇਆ, ਔਰ ਇੰਨਾ ਨਰਮ ਰੁਖ ਕਿਸੇ ਅੱਜ ਤੱਕ ਰੱਖਿਆ ਕਿਸੇ ਸਰਕਾਰ ਨੇ? ਕੋਈ ਤੱਕ ਨਹੀਂ। ਕਈ ਪੁਲਿਸ ਵਾਲੇ ਭਾਵੇਂ ਜ਼ਖਮੀ ਹੋ ਗਏ, ਕੁਝ ਵੀ ਹੋ ਗਏ। ਇਸ ਤੋਂ ਜ਼ਿਆਦਾ ਕੋਈ ਦੇਸ਼ ਦੇ ਪ੍ਰਤੀ, ਕਿਸਾਨਾਂ ਦੇ ਪ੍ਰਤੀ, ਲੋਕਾਂ ਦੇ ਪ੍ਰਤੀ ਕੋਈ ਸਰਕਾਰ ਸੋਚ ਸਕਦੀ ਹੈ? ਪਰ ਮਸਲਾ ਜਿਆਣੀ ਸਾਹਿਬ ਹੱਲ ਫੇਰ ਹੀ ਨਿਕਲ ਰਿਹਾ। ਕੀ ਵਜ੍ਹਾ 7-7 8 ਘੰਟੇ ਗੱਲਬਾਤ ਕਰਨ ਤੋਂ ਬਾਅਦ ਹੱਲ ਤਾਂ ਨਿਕਲਣਾ ਚਾਹੀਦਾ ਕੋਈ ਨਾ ਕੋਈ। ਹੱਲ ਜਦੋਂ ਲੋਕਾਂ ਨੂੰ ਸਮਝ ਆ ਜਾਊਗੀ ਸਾਰਾ ਹੱਲ ਨਿਕਲ ਜੂ। ਹੱਲ ਤਾਂ ਹਰ ਇੱਕ ਚੀਜ਼ ਦਾ ਨਿਕਲਦਾ ਹੀ ਹੁੰਦਾ। ਠੀਕ ਹੈ ਜਿਆਣੀ ਸਾਹਿਬ, ਬਲਟੋਹਾ ਸਾਹਿਬ ਨੇ ਬਲਟੋਹਾ ਸਾਹਿਬ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਦਾ ਪ੍ਰਦਰਸ਼ਨ ਰਿਹਾ, ਮੋਹਾਲੀ ਨਿਗਮ ਦੀ ਗੱਲ ਕੀਤੀ ਜਾਵੇ ਤਾਂ ਕੀ ਲੱਗਦਾ ਕਿ 2022 ਦੇ ਵਿੱਚ ਨਤੀਜੇ ਉਲਟ ਆਉਣਗੇ ਜਾਂ ਫਿਰ ਹੋਰ ਜ਼ਿਆਦਾ ਗਰਾਊਂਡ ਜ਼ੀਰੋ ਤੇ ਜਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮੰਥਨ ਕਰਨਾ ਪੈਣਾ, ਮਿਹਨਤ ਕਰਨੀ ਪੈਣੀ ਆ? ਦੇਖੋ, ਸਿਆਸਤ ਦੇ ਵਿੱਚ ਮਿਹਨਤ ਤੋਂ ਬਿਨਾਂ ਸਰਦਾ ਨਹੀਂ ਗਿਆ। ਮਿਹਨਤ ਤੇ ਕਰਨੀ ਪੈਂਦੀ ਹੈ, ਮਿਹਨਤ ਜਾਰੀ ਰੱਖਣੀ ਪੈਂਦੀ ਹੈ, ਔਰ ਮਿਹਨਤ ਵਧਾਉਣੀ ਵੀ ਪੈਂਦੀ ਹੈ। ਜਿੰਨੀ ਮਿਹਨਤ ਕਰੋਗੇ ਉਨਾ ਹੀ ਫਲ ਮਿਲਦਾ ਹੈ ਸਿਆਸਤ ਦੇ ਵਿੱਚ। ਲੋਕਾਂ ਤੱਕ ਜਿੰਨੀ ਪਹੁੰਚ ਕੀਤੀ ਜਾਵੇ। ਔਰ ਦੂਸਰੇ ਬੰਨੇ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ 2015 ਦੇ ਰਿਜ਼ਲਟ ਤੁਹਾਡੇ ਸਾਹਮਣੇ ਹੈ। ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਪੋਜੀਸ਼ਨ ਕੀ ਸੀਗੀ ਤੇ 2017 ਦਾ ਰਿਜ਼ਲਟ ਤੁਹਾਡੇ ਸਾਹਮਣੇ ਹੈ। ਕਿਸੇ ਵੀ ਚੋਣ ਨੂੰ ਕਿਸੇ ਹੋਰ ਚੋਣ ਦੇ ਨਾਲ ਜੋੜਨਾ, ਇਹ ਆਪਾਂ ਕਹਿ ਦਿੰਦੇ ਜੀ ਇਹ ਸੈਮੀ ਫਾਈਨਲ ਹੈ ਜੀ, ਹੁਣ ਫਾਈਨਲ ਆਊਗਾ ਜੀ, ਹੁਣ ਇਹ ਆ ਰਿਜ਼ਲਟ ਆ ਗਿਆ ਜੀ, ਇਹ ਤੋਂ ਆ ਪ੍ਰਭਾਵ ਨਿਕਲੂਗਾ ਜੀ। ਕਿਸੇ ਤਰ੍ਹਾਂ ਦਾ ਕਿਸੇ ਇਲੈਕਸ਼ਨ ਦਾ ਦੂਸਰੀ ਦੇ ਉੱਤੇ ਕਿਸੇ ਤਰ੍ਹਾਂ ਦਾ ਪ੍ਰਭਾਵ ਨਹੀਂ ਜਾਂਦਾ। ਇਹ ਸਾਬਤ ਹੋ ਚੁੱਕਾ ਆ। ਔਰ ਦੂਸਰੀ ਗੱਲ ਜਿਹੜੀ ਹੈ ਕਿ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ 2022 ਦੇ ਵਾਸਤੇ ਚਿਹਰੇ ਦੇ ਰੂਪ 'ਚ ਪੇਸ਼ ਕੀਤਾ ਜਾ ਰਿਹਾ ਜਾਂ ਬਤੌਰ ਲੀਡਰ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਕਿ 2022 ਦੇ ਵਿੱਚ ਜਿਹੜਾ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਜਿਹੜੇ ਆਗੂ ਹੋਣਗੇ, ਅਸੀਂ ਤਾਂ ਸੁਖਣਾ ਸੁਖਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਹੀ ਆਗੂ ਹੋਵੇ, ਕੋਈ ਹੋਰ ਨਾ ਆਵੇ। ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤੋਂ ਪੰਜਾਬ ਦੇ ਲੋਕ ਹਿਸਾਬ ਲੈਣਾ ਚਾਹੁੰਦੇ ਹੈ। ਜਿਹੜੇ ਉਹਨੇ ਵਾਅਦੇ ਕੀਤੇ ਸੀ, ਜਿਹੜੇ ਲੋਕਾਂ ਨੇ ਝੂਠ ਬੋਲੇ ਸੀ, ਜਿਹੜੇ ਹਿੱਕ ਥਾਪੜ ਕੇ ਗੱਲਾਂ ਕੀਤੀਆਂ ਸੀਗੀਆਂ ਤੇ ਜਿਹਨੇ ਗੁੜਕਾ ਸਮ ਮੱਥੇ ਨੂੰ ਲਾ ਕੇ ਸਹੁੰ ਖਾਧੀ ਸੀ, ਉਹ ਗੁਰੂ ਮਹਾਰਾਜ ਨੇ ਹਿਸਾਬ ਲੈਣਾ ਹੀ ਲੈਣਾ ਹੈ। ਪੰਜਾਬ ਦੇ ਲੋਕ ਵੀ ਕੈਪਟਨ ਅਮਰਿੰਦਰ ਸਿੰਘ ਕੋਲ ਹਿਸਾਬ ਲੈਣ ਵਾਸਤੇ ਬਹੁਤ ਉਤਾਵਲੇ ਆ। ਅਸੀਂ ਚਾਹੁੰਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਹੀ ਬਤੌਰ ਆਗੂ ਜਿਹੜਾ ਹੈ 2022 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਵੱਲੋਂ ਆਵੇ ਤੇ ਸਭ ਸਿਖਾਉਣਗੇ ਪੰਜਾਬ ਦੇ ਲੋਕ। ਬਲਟੋਹਾ ਸਾਹਿਬ ਠੀਕ ਹੈ ਬਲਟੋਹਾ ਸਾਹਿਬ, ਨਿਊਜ਼ ਏਟਨ ਚੁਣਨ ਲਈ ਔਰ ਜਿਆਣੀ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਤਾਂ ਸਥਾਨਕ ਚੋਣਾਂ ਨੂੰ ਲੈ ਕੇ ਜਿਹੜਾ ਬਿਆਨ ਆਇਆ ਸੀ ਨਰਿੰਦਰ ਸਿੰਘ ਤੋਮਰ ਦਾ, ਉਹਦੇ ਬਾਰੇ ਗੱਲਬਾਤ ਕੀਤੀ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਬਲਟੋਹਾ ਨਾਲ ਵੀ, ਔਰ ਨਾਲ ਹੀ ਸੁਰਜੀਤ ਜਿਆਣੀ ਜਿਹੜੇ ਕਿ ਬੀਜੇਪੀ ਪੰਜਾਬ ਦੇ ਸੀਨੀਅਰ ਆਗੂ, ਉਹਨਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਖਾਮਿਆਜ਼ਾ ਗੱਠਜੋੜ ਟੁੱਟਣ ਦਾ ਭੁਗਤਣਾ ਪਿਆ। ਇੱਕ ਨਹੀਂ ਬਲਕਿ ਜੇ ਆਪਾਂ ਗੱਲ ਕੀਤੀ ਜਾਵੇ ਤਾਂ ਦੋਨਾਂ ਹੀ ਪਾਰਟੀਆਂ ਨੂੰ ਨੁਕਸਾਨ ਹੋਇਆ। ਪਰ ਦੋਨੇ ਹੀ ਪਾਰਟੀ ਨਾਲ ਇਹ ਵੀ ਗੱਲ ਕਹਿ ਰਹੀਆਂ ਨੇ ਕਿ ਇਸ ਚੀਜ਼ ਨੂੰ ਜਿਹੜੇ ਇਲੈਕਸ਼ਨ ਹੋਏ ਨੇ, ਸਥਾਨਕ ਇਲੈਕਸ਼ਨ ਹੋਈ ਹੈ, ਕੌਂਸਲ ਦੀ ਇਲੈਕਸ਼ਨ ਹੋਈ ਹੈ, ਇਹਨਾਂ ਨੂੰ 2022 ਦੀ ਜਿਹੜੀ ਸਟੇਟ ਦੀ ਇਲੈਕਸ਼ਨ ਆ ਉਹਨਾਂ ਦੇ ਨਾਲ ਨਾ ਜੋੜਿਆ ਪਾਵੇ। ਔਰ ਦੋਨੇ ਹੀ ਪਾਰਟੀ ਨੇ ਕਿਹਾ ਕਿ ਉਹ ਇਲੈਕਸ਼ਨਾਂ ਦੇ ਵਿੱਚ ਉਹਨਾਂ ਦੀ ਕਾਰਗੁਜ਼ਾਰੀ ਵਧੀਆ ਹੋਏਗੀ, ਪਰ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਜਿਹੜੇ ਨਤੀਜੇ ਨੇ ਉਹ ਕਿੰਨੇ ਕੁ ਸਕਾਰਾਤਮਕ ਜਾਂ ਕਿੰਨੇ ਕਿਸੇ ਦੇ ਹੱਕ ਵਿੱਚ ਰਹਿਣਗੇ।